ये तो सही किया है क्योंकि हमारे जयपुर में भी यही है, शाम को 9 बजे से सुबह 5 बजे तक या फिर 4 बजे तक जितना भी लॉकडाउन है। लॉकडाउन तो हुआ है, अच्छी बात है, बट ऐसा नहीं है कुछ के नाइट के लॉकडाउन का कुछ ज़्यादा बेनिफिट है हमें। देखो जो सरकार ਦੀ ਗਾਈਡਲਾਈਨ ਆ ਉਹਦੇ ਜੋ ਸਰਕਾਰ ਆਪਣਾ ਕੋਵਿਡ ਬਾਰੇ ਸੋਚ ਕੇ ਕਰਦੀ ਹੈ ਕੁਝ ਤੇ ਉਹ ਠੀਕ ਕਰ ਰਹੀ ਹੈ। ਜੇ ਲੋਕਡਾਊਨ ਲਾਇਆ ਉਹਨਾਂ ਰਾਤ ਦਾ ਠੀਕ ਲਾਇਆ। ਪਹਿਲੇ ਤੇ ਗਵਰਨਮੈਂਟ ਬਹੁਤ ਢਿੱਲ ਦੇ ਇਗਨੋਰ ਕਰਦੀ ਹੈ ਕਿ ਚਲੋ ਚੱਲੀ ਜਾਂ ਹੱਦ ਹੋ ਜਾਂਦੀ ਤੇ ਫਿਰ ਪਬਲਿਕ ਨੂੰ ਵੀ ਤੰਗ ਕਰਨਾ ਦਿਨ 'ਚ ਵੀ ਰਾਤੀ ਵੀ। ਜਿਹੜਾ ਲੋਕਡਾਊਨ ਲੱਗਿਆ ਹੈ ਰਾਤ ਦਾ 9 ਤੋਂ 5 ਦਾ ਦੁਬਾਰਾ ਤੋਂ, ਸੋ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ? ਜੀ ਮੇਰੇ ਪੱਖੋਂ ਤਾਂ ਜੀ ਵਧੀਆ ਹੀ ਹੋਇਆ ਜੀ, ਕਿਉਂਕਿ ਲੋਕੀ ਰਾਤ ਨੂੰ ਪਾਰਟੀ ਪੂਟੀ ਕਰਦੇ ਨੇ, ਉਸ ਕਰਕੇ ਕਿਉਂ ਕਰੋਨਾ ਵੀ ਹੁਣ ਕਹਿੰਦੇ ਨੇ ਕਿ ਬਹੁਤਾ ਹੋ ਰਿਹਾ ਜੀ। ਮਤਲਬ ਜੋ ਮਾਸਕ ਨਹੀਂ ਲਗਾਉਂਦੇ ਹੈ ਉਹਨਾਂ ਨੂੰ ਲਗਾਉਣਾ ਚਾਹੀਦਾ ਹੈ। ਉਹੀ ਜਿੱਦਾਂ ਤੁਸੀਂ ਟੀਕੇ ਲਗਾ ਰਹੇ ਹੋ ਤੁਸੀਂ ਵੈਕਸੀਨ ਦੇ, अगर तुसी मास्क लगा लोगे तो इंजेक्शन लगाने की भी ज़रूरत नहीं हैगी। लॉकडाउन तो ऐसा है कि जो कोरोना की जो चेन है उसको तोड़ने के लिए जो पब्लिक प्लेसेस हैं वहाँ पे जो भीड़ है वो कम होनी चाहिए। नहीं देखिए, अगर ये सरकार ने किया है तो पब्लिक की सुरक्षा के लिए किया है, न कि अपनी सुरक्षा कर रहा है। तो अगर पब्लिक अपनी सुरक्षा खुद ही करेगी तो सरकार की लोड़ पई है कि लॉकडाउन करे तो पब्लिक भी परेशान हो, दूसरे बंदे भी परेशान हो। सरकार अकेली क्या करेगी? जब हम सपोर्ट नहीं करेंगे तो सरकार अकेले से कुछ भी नहीं, हमसे ही सरकार बनती है। ਤੇਲ ਦੀਆਂ ਕੀਮਤਾਂ ਇੰਨੀਆਂ ਵਧਾ ਦਿੱਤੀਆਂ, ਉਦੋਂ ਤਾਂ ਨੰਗੇ ਹੋ ਕੇ ਪਿੱਟ ਸਿਆਪਾ ਕਰਦੇ ਸੀਗੇ, ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਪਿੱਟ ਸਿਆਪਾ ਕਰਨਾ ਆਪਦਾ अपने आप ही कर लेना आपदा। हम भी एक किसान फैमिली से बिलोंग करते हैं, हमारे फादर साहब भी एग्रीकल्चर में ही हैं। सो ये बड़ा गंदा काम किया है मोदी साहब ने, ऐसा नहीं करना चाहिए। उनकी जो मांगे हैं वो जायज़ हैं। ये लॉकडाउन एक प्रकार से किसान आंदोलन को कमज़ोर करने के लिए लगाया हुआ है, क्योंकि किसान नहीं होंगे तो कुछ भी नहीं होना जी। किसाना करके ਅਸੀਂ हैं ਜਿਹੜੇ ਘਰੇ ਬੈਠ ਕੇ ਅਸੀਂ ਆਰਾਮ ਨਾਲ ਖਾਂਦੇ ਹਾਂ ਕਿ ਸਾਨੂੰ ਪਤਾ ਜੀ ਰੋਟੀ ਮਿਲ ਜਾਣੀ ਹੈ, ਠੀਕ ਨਹੀਂ ਕਿ ਆਪ ਨੂੰ ਘਾਟ ਨਹੀਂ ਹੋਣੀ ਕਿਸੇ ਚੀਜ਼ ਦੀ, कि आपको पता कि अन्न नहीं खत्म होना, किस करके नहीं होना, साढ़े किसाना करके नहीं होना। कोरोना दिन में होगा तो रात को क्यों होगा? अगर रात को नहीं है तो दिन में भी नहीं है। लॉकडाउन दिन में भी हो सकता है, रात को भी हो सकता है। तो कोरोना एक टाइम थोड़ी होता है दिन में या रात में। किसान एकता जिंदाबाद, किसान एकता जिंदाबाद, किसान एकता जिंदाबाद। ਕਰੋਨਾ ਦਾ ਜਿਹੜਾ ਦੂਜਾ ਪੈਰ ਆ ਉਹ ਦੇਸ਼ ਭਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਲੋਕਡਾਊਨ ਦਾ ਐਲਾਨ ਕਰ ਦਿੱਤਾ ਹੈ। ਫਿਰ ਤੋਂ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਲੋਕਡਾਊਨ ਲਗਾ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਭਾਰੀ ਇਕੱਠ ਦੇਖਣ ਨੂੰ ਮਿਲਦਾ ਸੀ, ਜਿੱਥੇ 100-200 ਬੰਦਾ ਸ਼ਾਮਿਲ ਹੁੰਦਾ ਸੀ, ਹੁਣ ਉੱਥੇ ਸਿਰਫ 50 ਬੰਦੇ ਸ਼ਾਮਿਲ ਹੋਣਗੇ। ਜਿਵੇਂ ਕਿ ਵਿਆਹਾਂ ਦੇ ਵਿੱਚ ਪਹਿਲਾਂ 100 ਜਾਂ 200 ਬੰਦਾ ਸ਼ਾਮਿਲ ਹੁੰਦਾ ਸੀ, ਹੁਣ ਸਿਰਫ ਇਹਨਾਂ ਦੀ ਗਿਣਤੀ ਘਟਾ ਕੇ 50 ਕਰ ਦਿੱਤੀ ਗਈ ਹੈ ਤੇ ਸਕੂਲ ਬਿਲਕੁਲ ਬੰਦ ਕਰ ਦਿੱਤੇ ਗਏ ਨੇ। ਦੱਸ ਦੇਵਾਂ ਕਿ 30 ਅਪ੍ਰੈਲ ਤੱਕ ਆ ਜਿਹੜੇ ਇਹ ਰੂਲਸ ਨੇ ਲਾਗੂ ਕਰ ਦਿੱਤੇ ਗਏ ਨੇ ਕੈਪਟਨ ਸਰਕਾਰ ਦੇ ਵੱਲੋਂ, ਤੇ ਰੈਲੀਆਂ ਤੇ ਬਿਲਕੁਲ ਮਨਾਹੀ ਕਰ ਦਿੱਤੀ ਗਈ ਹੈ। ਸੋ ਅੱਜ ਅਸੀਂ ਆਏ ਹਾਂ ਸੁਖਨਾ ਲੇਕ ਚੰਡੀਗੜ੍ਹ ਦੇ ਵਿੱਚ, ਜਿੱਥੇ ਲੋਕਾਂ ਤੋਂ ਜਾਣਾਂਗੇ ਕਿ ਜਿਹੜੇ ਕੈਪਟਨ ਸਰਕਾਰ ਨੇ ਇਹ ਰੂਲ ਬਣਾਏ ਨੇ ਕਿ ਰਾਤ ਦਾ ਲੋਕਡਾਊਨ ਲਗਾ ਦਿੱਤਾ ਗਿਆ ਹੈ, ਕੋਈ ਵੀ ਬਾਹਰ ਨਹੀਂ ਜਾਏਗਾ, ਪਾਰਟੀਸ ਨਹੀਂ ਕਰੇਗਾ ਤੇ ਭੀੜ ਦੇ ਵਿੱਚ ਸ਼ਾਮਿਲ ਨਹੀਂ ਹੋਏਗਾ, ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਕਿਉਂਕਿ ਸੁਖਨਾ ਲੇਕ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਮੇਸ਼ਾ ਹੀ ਬਹੁਤ ਭੀੜ ਦੇਖਣ ਨੂੰ ਮਿਲਦੀ ਸੀ, ਸ਼ਾਮ ਨੂੰ ਰਾਤ ਨੂੰ ਲੋਕ ਆਉਂਦੇ ਸਨ, ਸੈਰ ਕਰਦੇ ਸਨ। ਸੋ ਹੁਣ ਇੱਥੋਂ ਦੇ ਲੋਕਾਂ ਤੋਂ ਜਾਣਦੇ ਆ ਕਿ ਉਹ ਜਿਹੜੇ ਕੈਪਟਨ ਸਰਕਾਰ ਨੇ ਇਹ ਰੂਲ ਜਿਹੜੇ ਲਾਗੂ ਕੀਤੇ ਨੇ ਪੰਜਾਬ ਦੇ ਵਿੱਚ ਸਹਿਮਤ ਨੇ ਜਾਂ ਫਿਰ ਨਹੀਂ। ਸੋ ਅਸੀਂ ਅੱਜ ਸੁਖਨਾ ਲੇਕ ਆਏ ਹਾਂ, ਜਿੱਥੇ ਕਿ ਜੈਪੁਰ ਤੋਂ ਇੱਕ ਛੋਟੀ ਜਿਹੀ ਫੈਮਿਲੀ ਇੱਥੇ ਘੁੰਮਣ ਆਈ ਹੈ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਆ ਕਿ ਕੋਰੋਨਾ ਦੇ ਕਾਰਨ ਜਿਹੜਾ ਫਿਰ ਤੋਂ ਲੋਕਡਾਊਨ ਲੱਗ ਗਿਆ ਉਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ। आप जयपुर से आए हो राइट? हाँ जी, जयपुर से आया। सो सर ਜਿਹੜਾ ਕਰੋਨਾ ਕਰਕੇ ਜਿਹੜਾ ਦੁਬਾਰਾ ਲੋਕਡਾਊਨ ਲੱਗ ਗਿਆ ਆ 9 ਤੋਂ 5 ਦਾ ਦੁਬਾਰਾ ਤੋਂ, ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਲੱਗਦਾ है कि सही ਕੀਤਾ सरकार ने या नहीं? हाँ, ये तो सही किया है क्योंकि हमारे जयपुर में भी यही है, शाम को 9 बजे से सुबह 5 बजे तक या फिर 4 बजे तक जितना भी लॉकडाउन है। और यहाँ पे जैसे ये तो उससे भी बड़ा शहर है और यहाँ पे चहल पहल सबसे ज़्यादा है, उससे तो ज़्यादा ही है जयपुर से। तो यहाँ पे भी सही किया सरकार ने जो लॉकडाउन लगा दिया, और तो सही है। उम्मीद है कि आगे लोगों को भी समझना चाहिए। सरकार अकेली क्या करेगी? जब हम सपोर्ट नहीं करेंगे तो सरकार अकेले से कुछ भी नहीं होता, हमसे ही सरकार बनती है। ਜੀ ਬਿਲਕੁਲ, ਆਪਾਂ ਹੀ ਵੋਟਾਂ ਪਾ ਕੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਆ, ਸੋ ਆਪਾਂ ਨੂੰ ਚਾਹੀਦਾ ਆ। ਸੋ ਇੱਥੇ ਘੁੰਮ ਕੇ ਕਿਵੇਂ ਦਾ ਲੱਗ ਰਿਹਾ ਹੈ? बहुत अच्छा लग रहा है क्योंकि मैं तो पहले भी आ चुका, लेकिन हमारी मम्मी है जो पहली बार आई है यहाँ पे, तो उसके लिए ही हम जैसे यहाँ पे आए हैं थोड़ा सा टाइम निकाल के स्टडी वगैरह से। ਸਪੈਸ਼ਲੀ ਆਂਟੀ ਜੀ ਨੂੰ। हाँ हाँ, तो ਉਹਨਾਂ ਨਾਲ ਗੱਲਬਾत ਕਰਦੇ ਆ। ਆਂਟੀ जी ਤੁਹਾਡਾ नाम ਕੀ है? मम्मी नाम बताओ। नाम हमारा कमलेश। कमलेश। यहाँ पे घूमकर कैसा लग रहा है? अच्छा लग रहा है बहुत। पहली बार आए हो? हाँ, पहली बार आई। पंजाब पहली बार आए हो या यहाँ पर पहली बार आए हो? यहाँ पर पहली बार आई हूँ, पंजाब में पहली बार आई। पहली बार आए। हाँ। ओके, सो
ਤੁਸੀਂ ਦੇਖ ਸਕਦੇ ਹੋ ਕਿ ਜੈਪੁਰ ਤੋਂ ਇਹ ਪਰਿਵਾਰ ਆਇਆ ਹੈ ਇੱਥੇ ਆ ਕੇ ਕਿੰਨਾ ਕਿ ਇੰਜੋਏ ਕਰ ਰਿਹਾ, ਬਟ ਕਿਤੇ ਨਾ ਕਿਤੇ ਜਿਹੜੇ ਕਰੋਨਾ ਦੇ ਕਰਕੇ ਲੋਕਡਾਊਨ ਲੱਗ ਚੁੱਕਾ ਹੈ ਰਾਤ ਦਾ। ਸੋ ਜਿਹੜੇ ਸਰ ਜਿਹੜੇ ਦਿੱਲੀ ਵਿੱਚ ਜਾ ਕੇ ਕਿਸਾਨ ਬੈਠੇ ਨੇ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ, ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ? ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਬਿੱਲ ਕਾਲੇ ਉਹਨਾਂ ਨੇ ਪਾਸ ਕੀਤੇ ने वो रद्द कर दें। हाँ, अब मैं तो यही बोलना चाहता हूँ कि सरकार को कुछ तो करना चाहिए, उनसे एटलीस्ट उनसे अच्छी तरह बातें करनी चाहिए ताकि उनको कुछ तो तसल्ली दे पाए। वो तो उनकी बात है, बिल हटाए नहीं हटाए, लेकिन उनसे अच्छी तरह बात करनी चाहिए ताकि वो सड़कों पे से जाए, क्योंकि उनको बहुत दिनों से वो सड़कों पे है तो उनको भी प्रॉब्लम होती है। तो मुझे नहीं लगता वो कुछ अगर सरकार चेंज नहीं करेगी तो वो जाएंगे, क्योंकि वो पंजाब हरियाणा के सरकार वो किसान है, वो ऐसे नहीं जाते। देखिए कि परिवार ਜਿਹੜਾ ਹੈ ਕਿ ਜੈਪੁਰ ਤੋਂ ਆਇਆ ਹੈ, ਕਿਸਾਨਾਂ ਦੇ ਲਈ ਵੀ ਆਪਣੀ ਆਵਾਜ਼ ਜਿਹੜਾ ਲਗਾਤਾਰ ਬੁਲੰਦ ਕਰ ਰਿਹਾ ਹੈ। ਸੋ ਮੈਮ ਤੁਸੀਂ ਕਿੱਥੋਂ ਆਏ ਹੋ? ਮੁੱਲਾਪੁਰ ਗਰੀਬਦਾਸ। ਕੀ ਨਾਮ ਹੈ ਤੁਹਾਡਾ? ਕਮਲਜੀਤ ਕੌਰ। ਮੈਮ ਜਿਹੜਾ ਕਰੋਨਾ ਕਰਕੇ ਰਾਤ ਦਾ ਲੋਕਡਾਊਨ ਆ ਜਿਹੜਾ ਦੁਬਾਰਾ ਤੋਂ ਲੱਗ ਚੁੱਕਾ ਹੈ, ਸੋ ਉਹਦੇ ਬਾਰੇ ਕੀ ਸੋਚਣਾ ਤੁਹਾਡਾ? नहीं मैम, एक्चुअली लॉकडाउन तो हुआ है, अच्छी बात है, बट ऐसा नहीं है कुछ कि नाइट के लॉकडाउन का कुछ ज़्यादा बेनिफिट है हमें। देखो कोरोना वायरस तो है ही है ना, ये तो 24 आवर्स चल रहा है, ऐसा नहीं है, ऐसा कुछ नहीं है अगर भी दिन में नहीं निकलता या रात को, ये कोई चीज़ थोड़ा ही ना भी रात में होती है या दिन में नहीं होती। इसलिए लॉकडाउन तो हुआ है, अच्छी बात है, बट इसका नाइट कर्फ्यू का कोई ज़्यादा बेनिफिट नहीं है हमारे लिए। ਸਰਕਾਰ ਨੇ ਹੋਰ ਥਾਵਾਂ ਤੇ ਵੀ ਜਿੱਥੇ ਲੋਕ 100 150 ਜਾਂਦੇ ਸਨ ਉੱਥੇ ਵੀ 50 ਜਾਣੇ ਕਰਤੇ ਜਾਂ 35 ਜਾਣੇ ਕਰਤੇ ਨੇ ਕਿਤੇ ਨਾ ਕਿਤੇ, ਸੋ ਉਸ चीज़ ਨੂੰ ਕਿਵੇਂ ਦੇਖਦੇ ਹੋ? नहीं, बहुत अच्छी बात है, हमारे लिए अच्छी बात है, सेफ्टी है, वो जो किया वो अच्छी बात है। सरकार ने जो किया है कुछ सोच समझ करके ये किया होगा ना, वो तो अच्छी बात है, लेकिन चलो हमें भी गैदरिंग थोड़ी कम करनी चाहिए, सरकार के इस फैसले को मानना चाहिए। हाँ जी, सो नहीं फायदा है जी उसमें तो। जी की नाम है आंटी जी ਤੁਹਾਡਾ? मेरा जसवीर कौर है जी। ਸੋ ਆਂਟੀ ਜੀ ਕਰੋਨਾ ਕਰਕੇ ਜਿਹੜਾ ਇਹ ਲੋਕਡਾਊਨ ਉਹ ਤਾਂ ਚਲੋ ਸਰਕਾਰ ਨੇ ਜਿਹੜਾ ਲਗਾ ਹੀ ਦਿੱਤਾ ਹੈ, ਬਟ ਜਿਹੜੇ ਉੱਥੇ ਕਿਸਾਨ ਬੈਠੇ ਨੇ ਦਿੱਲੀ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਹਾਂਜੀ, ਕਿਸਾਨ ਵੀ ਦੇਖ ਲਓ ਵੀ ਕਿੰਨੇ ਮਹੀਨਿਆਂ ਤੋਂ ਬੈਠੇ ਆ ਉੱਥੇ, 4-5 ਮਹੀਨੇ ਹੋ ਗਏ ਆ ਉਹਨਾਂ ਨੂੰ ਵੀ ਆਪਣਾ ਘਰ-ਬਾਰ ਛੱਡ ਕੇ ਬੈਠੇ ਆ, ਹੈ ਨਾ, ਵੀ ਸਰਕਾਰ ਕਦੋਂ ਤੱਕ ਚਾਹੀਦਾ ਹੈ ਸਰਕਾਰ ਨੂੰ ਵੀ, ਬਹੁਤ ਨੁਕਸਾਨ ਹੋ ਰਿਹਾ ਉਹਨਾਂ ਦਾ ਵੀ। अगर कਦੋਂ तक मनेगी? अभी तो हम लोग सभी हैं ना, हम भी एक किसान फैमिली से बिलोंग करते हैं, हमारे फादर साहब भी एग्रीकल्चर में ही हैं। सो ये बड़ा गंदा काम किया है मोदी साहब ने, ऐसा नहीं करना चाहिए, उनकी जो मांगे हैं वो जायज़ हैं, उनको मानना चाहिए। हाँ जी, हाँ जी, अगर किसान नहीं होंगे तो मुझे नहीं लगता कुछ हम कर पाएंगे उनके सिवाय। हाँ जी, थैंक यू। सर की नाम है ਤੁਹਾਡਾ? ਗੁਰਚਰਨ ਸਿੰਘ ਨਾਰ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਜੀ। ਸੋ ਸਰ ਅੱਜ ਇੱਥੇ ਆਏ ਹੋ, ਇੱਥੇ ਘੁੰਮਣ ਫਿਰਨ ਆਏ ਹੋ ਜਾਂ ਫਿਰ ਕਿਸੇ ਹੋਰ ਕਾਰਨ? ਮੈਂ ਕਿਸੇ ਕੰਮ ਆਇਆ ਸੀਗਾ ਇੱਥੇ, ਕੋਈ ਮੈਨੂੰ ਡਾਇਰੈਕਟਰ ਦਫ਼ਤਰ ਜਾਂ ਸਰਕਾਰੀ ਕੰਮਾਂ ਵਾਸਤੇ ਆਇਆ ਸੀਗਾ। ਚਲੋ ਅਸੀਂ ਕਿਹਾ ਵੀ ਅਸੀਂ ਠੰਡਾ ਜਿਹਾ ਮੌਸਮ ਜਿਹਾ ਹੋ ਜਾਊਗਾ, ਅਸੀਂ ਘਰੇ ਚਲੇ ਜਾਵਾਂਗੇ, ਤੇ ਉਸ ਕਰਕੇ ਅਸੀਂ ਝੀਲ ਵੇਖਣਾਂਗੇ ਜੀ। ਤੇ ਸਰ ਜਿਹੜਾ ਸਰਕਾਰ ਦੁਆਰਾ ਰਾਤ ਦਾ ਲੋਕਡਾਊਨ ਆ ਲਗਾ ਦਿੱਤਾ ਗਿਆ ਅੱਜ ਤੋਂ 9 ਤੋਂ 5 ਦਾ ਦੁਬਾਰਾ ਤੋਂ, ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜੋ ਸਰਕਾਰ ਕਰਦੀ ਹੈ ਉਹ ਲੋਕਾਂ ਦੇ ਭਲੇ ਵਾਸਤੇ ਕਰਦੀ ਹੈ। ਦੇਖੋ ਜੋ ਸਰਕਾਰ ਦੀ ਗਾਈਡਲਾਈਨ ਆ ਉਹਦੇ ਜੋ ਸਰਕਾਰ ਆਪਣਾ ਕੋਵਿਡ ਬਾਰੇ ਸੋਚ ਕੇ ਕਰਦੀ ਹੈ ਕੁਛ, ਤੇ ਉਹ ਠੀਕ ਕਰ ਰਹੀ ਹੈ। ਜੇ ਲੋਕਡਾਊਨ ਲਾਇਆ ਉਹਨਾਂ ਰਾਤ ਦਾ ਠੀਕ ਲਾਇਆ। ਹਾਂਜੀ, ਸੋ ਪੰਜਾਬ ਸਰਕਾਰ ਸਾਡੇ ਕੈਪਟਨ ਅਮਰਿੰਦਰ ਸਿੰਘ ਜੋ ਕਰ ਰਹੇ ਠੀਕ ਕਰ ਰਹੇ ਆ। ਕੋਈ ਸਰ ਇੱਥੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਆ, ਸੋ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਆ ਕਿ ਸਿਰਫ ਰਾਤ ਦਾ ਜਿਹੜਾ ਲੋਕਡਾਊਨ ਆ ਉਹ ਲਗਾਉਣਾ ਕਰੋਨਾ ਆ, ਕਿਤੇ ਸਿਰਫ ਰਾਤ ਨੂੰ ਨਹੀਂ ਆਉਂਦਾ, ਕਿਤੇ ਦਿਨੇ ਨਹੀਂ ਆਉਂਦਾ। ਦੇਖੋ ਗੱਲ ਇਹ ਆ ਵੀ ਦਿਨੇ ਤਾਂ ਲੋਕ ਸਾਰੇ ਕੰਮ ਕਰਦੇ ਆ, ਕੰਮਕਾਰ ਕਰਦੇ ਆ, ਔਰ ਰਾਤ ਨੂੰ ਨਾ ਕੋਈ ਭੱਜ ਨੱਠ ਕਰਨ, ਇਸ ਕਰਕੇ ਰਾਤ ਨੂੰ ਤਾਂ ਆਰਾਮ ਕਰਨ ਤਾਂ ਕਿ ਕੁਝ ਕੰਟਰੋਲ ਹੋਏਗਾ, ਇਸ ਕਰਕੇ ਹੀ ਲਾਇਆ ਗਿਆ ਰਾਤ ਦਾ। ਸੋ ਸਰ ਜੇ ਮੈਂ ਕਿਸਾਨਾਂ ਦੀ ਗੱਲ ਕਰਾਂ ਤਾਂ ਦਿੱਲੀ ਆਪਾਂ ਸਭ ਨੂੰ ਪਤਾ ਹੈ ਕਿ ਕਿੰਨੇ ਮਹੀਨੇ ਹੋ ਗਏ ਜਿਹੜੇ ਕਿਸਾਨ ਬੈਠੇ ਨੇ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ। ਕੀ ਲੱਗਦਾ ਕਿ ਕੇਂਦਰ ਸਰਕਾਰ ਆ ਜਿਹੜੇ ਕਾਲੇ ਕਾਨੂੰਨ ਜਿਹੜੇ ਬਣਾਏ ਨੇ ਕਦੋਂ ਤੱਕ ਰੱਦ ਕਰੇਗੀ, ਕਿੰਨਾ ਟਾਈਮ ਬੈਠੇ? ਮੋਦੀ ਨੂੰ ਕਰ ਦੇਣੇ ਚਾਹੀਦੇ ਰੱਦ। ਜਿਹੜਾ ਮੋਦੀ ਦਾ ਸਮਾਂ ਸੀਗਾ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਸੀ, ਉੱਥੇ ਉਦੋਂ ਮੋਦੀ ਦੇ ਜਿਹੜੇ ਨੁਮਾਇੰਦੇ ਸੀਗੇ, ਜਿਹੜੇ ਉਹਨਾਂ ਦੇ ਜਿਵੇਂ ਸੁਸ਼ਮਾ ਸਵਰਾਜ ਸੀ, ਰਾਜਨਾਥ ਸੀਗਾ, ਸਾਰੇ ਕਹਿੰਦੇ ਸੀਗੇ ਵੀ ਆਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਹਨਾਂ ਨੇ ਵੀ ਉਸ ਵੇਲੇ ਕਿਹਾ ਸੀਗਾ ਵੀ ਜਿਹੜਾ ਕਿਸਾਨਾਂ ਦੇ ਵਿਰੁੱਧ ਬਿੱਲ ਨਾ ਪਾਸ ਕੀਤਾ ਜਾਵੇ, ਤੇ ਹੁਣ ਜੇ ਇਹਨਾਂ ਨੇ ਕੀਤਾ ਤਾਂ ਰੱਦ ਕਰਨ। ਅਸੀਂ ਤਾਂ ਕਹਿੰਦੇ ਵੀ ਰੱਦ ਕਰਨਾ। ਅਸੀਂ ਤਾਂ ਜਿਹੜੀ ਸਾਡੀ ਕਾਂਗਰਸ ਪਾਰਟੀ ਆ ਉਹ ਕਿਸਾਨਾਂ ਦੇ ਨਾਲ ਖੜੀ ਆ, ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤਾਂ ਸਾਡੇ ਵਿਧਾਨ ਸਭਾ 'ਚ ਵੀ ਪਾਸ ਕਰਤਾ ਵੀ ਕਾਲੇ ਕਾਨੂੰਨ ਰੱਦ ਕੀਤੇ ਜਾਣ। ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ, ਜਿਵੇਂ ਹੁਣ ਤੇਲ ਦੀਆਂ ਕੀਮਤਾਂ ਇੰਨੀਆਂ ਵਧਾ ਦਿੱਤੀਆਂ, ਉਦੋਂ ਤਾਂ ਨੰਗੇ ਹੋ ਕੇ ਪਿੱਠ ਸਿਆਪਾ ਕਰਦੇ ਸੀਗੇ, ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਪਿੱਠ ਸਿਆਪਾ ਕਰਨ ਆਪਦਾ, ਆਪਣੇ ਆਪ ਹੀ ਕਰ ਲੈਣਾ ਆਪਦਾ। ਤੇ ਸੋ ਇਸ ਕਰਕੇ ਇੱਕ ਰੇਟ ਜਿਹੜਾ ਤੇਲ ਦਾ ਹੁਣ ਅਸੀਂ ਚੱਲ ਕੇ ਆਉਂਦੇ, ਮੈਂ ਫਿਰੋਜ਼ਪੁਰ ਦਾ
ਪ੍ਰਧਾਨ ਹੈ। ਮੈਂ ਫਿਰੋਜ਼ਪੁਰ ਚੱਲ ਕੇ ਆਇਆ, ਤੁਹਾਨੂੰ ਪਤਾ ਇਸ ਵੇਲੇ 100 ਰੁਪਇਆ ਇੱਕ ਲੀਟਰ ਦਾ ਤੇਲ ਦਾ ਰੇਟ ਹੈ, ਤੇ ਔਰ ਕਿੰਨਾ ਤੇਲ ਲੱਗਦਾ, ਕਿਤੇ ਅਸੀਂ 1000 ਰੁਪਏ 'ਚ ਜਾਂ 1500 'ਚ ਵਾਪਸ ਜਾਂਦੇ ਜੀ, ਹੁਣ ਅਸੀਂ 3000 'ਚ ਵਾਪਸ ਜਾਂਦੇ। ਰੇਟ ਬਹੁਤ ਜ਼ਿਆਦਾ ਹਾਈਐਸਟ ਹੈ। ਸੋ ਇਹਨਾਂ ਨੂੰ ਤੇਲ ਵੀ ਘਟਾਉਣਾ ਚਾਹੀਦਾ, ਔਰ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਆ ਉਹ ਵੀ ਰੱਦ ਕਰਨੇ ਚਾਹੀਦੇ। ਸਾਡੀ ਤਾਂ ਇਹੀ ਮੰਗ ਹੈ, ਕਿਉਂਕਿ ਜਿਹੜੀ ਸਾਡੀ ਹੈਗੀ ਨਾ ਪਾਰਟੀ, ਕਾਂਗਰਸ ਪਾਰਟੀ ਆ, ਉਹ ਚਾਹੁੰਦੀ ਹੈ ਵੀ ਕਿਸਾਨਾਂ ਦੇ ਨਾਲ ਖੜੀ ਆ, ਔਰ ਕਿਸਾਨੀ ਦੇ ਨਾਲ ਖੜਨ ਕਰਕੇ ਜਿਹੜੇ ਕਾਲੇ ਕਾਨੂੰਨ ਜਿਹੜੇ ਬਣਾਏ ਤਿੰਨੋਂ ਹੀ ਉਹ ਰੱਦ ਕੀਤੇ ਜਾਣ। ਇਹਨਾਂ ਦਾ ਕਹਿਣਾ ਹੈ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਜਿਹੜੇ ਕਿਸਾਨ ਨੇ ਆਪਣੇ ਘਰਾਂ ਨੂੰ ਵਾਪਸ ਆ ਜਾਣ, ਤੇ ਨਾਲ ਦੀ ਨਾਲ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਰੋਨਾ ਦੇ ਕਹਿਰ ਦੇ ਕਾਰਨ ਜਿਹੜਾ ਦੂਜਾ ਲੋਕਡਾਊਨ ਲੱਗਾ ਹੈ, ਸਰਕਾਰ ਨੇ ਇਹ ਬਿਲਕੁਲ ਸਹੀ ਕੀਤਾ। ਸੋ ਮੈਮ, ਕੀ ਨਾਮ ਹੈ ਤੁਹਾਡਾ? ਊਸ਼ਾ ਚੌਧਰੀ। ਕਿੱਥੋਂ ਆਏ ਤੁਸੀਂ? ਅਸੀਂ ਚੰਡੀਗੜ੍ਹ ਤੋਂ ਹੀ ਹਾਂ, ਲੋਕਲ ਤੋਂ। ਸੋ ਅੱਜ ਇੱਥੇ ਲਾਈਕ ਰੋਜ਼ ਸੈਰ ਕਰਨ ਆਉਂਦੇ ਹੋ ਜਾਂ ਅੱਜ ਸਪੈਸ਼ਲੀ? ਬਹੁਤ ਸਾਲਾਂ ਤੋਂ ਇੱਥੇ ਹੀ ਆਉਂਦੇ ਸ਼ਾਮ। ਜੀ। ਸੋ ਮੈਮ, ਜਿਹੜਾ ਸਰਕਾਰ ਨੇ ਜਿਹੜਾ ਕਰੋਨਾ ਦੇ ਕਰਕੇ ਰਾਤ ਦਾ ਜਿਹੜਾ ਲੋਕਡਾਊਨ ਲਗਾ ਦਿੱਤਾ 9 ਤੋਂ 5 ਦਾ, ਅੱਜ ਤੋਂ ਦੁਬਾਰਾ ਤੋਂ, ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਉਹ ਤਾਂ ਬਹੁਤ ਅੱਛਾ ਕੀਤਾ ਗਵਰਨਮੈਂਟ ਨੇ ਲਗਾਤਾ, ਲੇਕਿਨ ਪਹਿਲੇ ਹੀ ਲਗਾਉਣਾ ਚਾਹੀਦਾ। ਪਹਿਲੇ ਤਾਂ ਗਵਰਨਮੈਂਟ ਬਹੁਤ ਢੇਲ ਦੇ ਇਗਨੋਰ ਕਰਦੀ ਹੈ ਕਿ ਚਲੋ ਚੱਲੀ ਜਾਂ ਹੱਦ ਹੋ ਜਾਂਦੀ ਤੇ ਫਿਰ ਪਬਲਿਕ ਨੂੰ ਵੀ ਤੰਗ ਕਰਨਾ, ਦਿਨ 'ਚ ਵੀ ਰਾਤੀ ਵੀ। ਤੇ ਅੱਛਾ ਬਲਕਿ ਲੱਗ ਗਿਆ, ਕੇਸਿਸ ਬਹੁਤ ਹੋਣ ਲੱਗ ਗਏ, ਹਾਂ ਵੱਧ ਰਹੇ ਨੇ, ਤੇ ਇਸ ਕਰਕੇ ਠੀਕ ਹੈ ਲੱਗ ਗਿਆ। ਤੇ ਕਹਿੰਦੇ ਦਿਨ ਦਾ ਵੀ ਲੱਗੇ ਲੋਕਡਾਊਨ। ਬਿਲਕੁਲ ਜੀ ਮੈਮ, ਮੈਂ ਇੱਥੇ ਨਾ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਸੋ ਜਦੋਂ ਮੈਂ ਉਹਨਾਂ ਨੂੰ ਕਿਹਾ ਰਾਤ ਦਾ ਲੋਕਡਾਊਨ ਲੱਗ ਗਿਆ, ਤਾਂ ਉਹਨਾਂ ਨੇ ਕਿਹਾ ਕਿ ਸਿਰਫ ਰਾਤ ਦਾ ਲੋਕਡਾਊਨ ਲਗਾਉਣ ਦੇ ਨਾਲ ਜਿਹੜਾ ਕਰੋਨਾ ਉਹ ਭੱਜਣ ਨਹੀਂ ਲੱਗਾ। ਇਹ ਰਾਤ ਨੂੰ ਚੰਡੀਗੜ੍ਹ 'ਚ ਪਾਰਟੀਆਂ ਬਹੁਤ ਹੁੰਦੀਆਂ ਨੇ, ਹੋਟਲਸ ਖੁੱਲ੍ਹਦੇ ਨੇ, 4-4 ਵਜੇ ਲੋਕੀ ਜਾਂਦੇ ਨੇ ਪਾਰਟੀਆਂ ਕਰਕੇ। ਅਸੀਂ 7 'ਚ ਹੀ ਰਹਿੰਦੇ, ਸਾਡੇ ਬੈਕ 'ਤੇ ਨੇ ਸਾਰੇ ਹੋਟਲਸ ਮੱਧਿਆ ਮਾਰਗ ਦੇ, ਸਾਰੀ ਰਾਤ ਗੱਡੀਆਂ ਚੱਲਦੀਆਂ ਨੇ। ਤੇ ਇਹ ਤਾਂ ਬਹੁਤ ਅੱਛਾ ਕੀਤਾ, ਰਾਤ ਸ਼ਾਂਤੀ ਰਹੀ ਹੈ ਸਾਰੀ ਰਾਤ, ਕੋਈ ਕਾਰ ਨਹੀਂ ਲੰਘੀ। ਹਾਂ, ਆਖਰ ਉਹ ਹੋਟਲਸ 100 ਬੰਦਾ, ਤੇ ਉੱਥੇ ਕਰੋਨਾ ਨਹੀਂ ਹੋਏਗਾ ਰਾਤ ਨੂੰ? ਕੋਈ ਸੜਕਾਂ 'ਤੇ ਥੋੜ੍ਹਾ ਕਰੋਨਾ ਹੋ ਰਿਹਾ, ਤਾਂ ਹੋਟਲਸ ਬੰਦ ਕੀਤੇ ਨੇ ਉਹਨਾਂ ਨੇ। ਹਾਂ। ਸੋ ਮੈਮ, ਜੇ ਕਰੋਨਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਕਿਤੇ ਜਿਹੜਾ ਆਪਣਾ ਪ੍ਰਕੋਪ ਆ ਦਿਖਾ ਰਿਹਾ ਆ, ਬਟ ਦਿੱਲੀ ਜਿਹੜੇ ਕਿਸਾਨ ਬੈਠੇ ਨੇ, ਸੋ ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਉਹਨਾਂ ਲਈ ਤਾਂ ਸਾਨੂੰ ਤਰਸ ਹੀ ਆਉਂਦਾ ਨਾ। 4-6 ਮਹੀਨੇ ਹੋ ਗਏ ਨੇ, ਕੋਈ ਉਹਨਾਂ ਦਾ ਵਿਚਾਰਿਆਂ ਦਾ ਹੱਲ ਨਹੀਂ ਲੱਭਦਾ ਪਿਆ। ਉਹ ਤਾਂ ਕਹਿੰਦੇ ਨੇ ਕਰੋਨਾ ਕੁਛ ਨਹੀਂ ਹੈਗਾ, ਤੇ ਪਰ ਹੁਣ ਕੀ ਕਰਨ, ਜਦੋਂ ਉਹਨਾਂ ਦੀ ਜ਼ਮੀਨਾਂ 'ਤੇ ਇੰਨਾ ਗੌਰਮੈਂਟ ਕਰ ਰਹੀ ਹੈ, ਤੇ ਉਹਨਾਂ ਨੇ ਕੁਛ ਤੇ ਰਿਸਕ ਲੈਣਾ ਹੈ ਨਾ। ਫਿਰ ਜਾਂ ਕਰੋਨਾ ਤੋਂ ਬਚਣ, ਜ਼ਮੀਨਾਂ ਖੋਹਣ ਆਪਣੀਆਂ। ਤੇ ਇਸ 'ਤੇ ਚਾਹੀਦਾ ਗੌਰਮੈਂਟ ਨੂੰ ਜਲਦੀ ਨਾ ਹੱਲ ਕੱਢਣਾ ਚਾਹੀਦਾ। ਬਟ ਸਰਕਾਰ ਮੈਂ ਮੰਨ ਰਹੀ, ਕੀ ਲੱਗਦਾ ਕਿ ਕਦੋਂ ਤੱਕ ਮੰਨੇਗੀ? ਸਰਕਾਰ ਨੂੰ ਮੰਨਣਾ ਹੀ ਪੈਣਾ, ਕਿਸਾਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਸਾਨ ਹੀ ਤੇ ਸਭ ਕੁਝ ਹੈਗੇ ਨੇ ਦੇਸ਼ ਦੇ। ਜੇ ਉਹ ਨਹੀਂ ਹੋਏ ਤੇ ਗੌਰਮੈਂਟ ਨੂੰ ਆਪੇ ਮੰਨਣਾ ਪਏਗਾ, ਨਹੀਂ ਗੌਰਮੈਂਟ ਘਾਟੇ 'ਚ ਜਾਏਗੀ ਫਿਰ। ਸੋ ਅੱਜ ਅਸੀਂ ਸੁਖਨਾ ਲੇਕ ਆਏ ਹਾਂ, ਜਿੱਥੇ ਕਿ ਕਰੋਨਾ ਦੇ ਕਾਰਨ ਲੋਕਾਂ ਤੋਂ ਪੁੱਛਣ ਆਇਆ ਕਿ ਜਿਹੜਾ ਲੋਕਡਾਊਨ ਲੱਗਿਆ ਹੈ ਉਸ ਨਾਲ ਉਹ ਸਹਿਮਤ ਨੇ ਕਿ ਨਹੀਂ। ਸੋ ਇੱਥੇ ਬਹੁਤ ਸਾਰੇ ਮੁੰਡੇ ਸਨ ਜਿਹੜੇ ਕਿ ਇੱਥੇ ਕਸਰਤ ਕਰ ਰਹੇ ਸਨ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਦੀਪ ਸਿੰਘ ਹੈ। ਸੋ ਤੁਸੀਂ ਸਾਰੇ ਇੱਥੋਂ ਚੰਡੀਗੜ੍ਹ ਤੋਂ ਹੀ ਹੋ? ਹਾਂਜੀ ਜੀ, ਲੋਕਲ ਹੀ ਜੀ। ਹਾਂਜੀ। ਸੋ ਸਰ, ਜਿਹੜਾ ਲੋਕਡਾਊਨ ਲੱਗਿਆ ਹੈ ਰਾਤ ਦਾ 9 ਤੋਂ 5 ਦਾ ਦੁਬਾਰਾ ਤੋਂ, ਸੋ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ? ਜੀ ਮੇਰੇ ਪੱਖੋਂ ਤਾਂ ਜੀ ਵਧੀਆ ਹੀ ਹੋਇਆ ਜੀ, ਕਿਉਂਕਿ ਲੋਕੀ ਰਾਤ ਨੂੰ ਪਾਰਟੀ ਪੂਟੀ ਕਰਦੇ ਨੇ, ਉਸ ਕਰਕੇ। ਕਿਉਂਕਿ ਕਰੋਨਾ ਵੀ ਹੁਣ ਕਹਿੰਦੇ ਨੇ ਕਿ ਬਹੁਤਾ ਹੋ ਰਿਹਾ ਜੀ, ਕੇਸ ਵੱਧ ਗਏ। ਹਾਂਜੀ, ਉਸ ਕਰਕੇ ਫਿਰ ਰਾਤਾਂ ਨੂੰ ਕਲੱਬਾਂ ਵਿੱਚ ਫਿਰ ਲੋਕ ਕਰਦੇ ਨੇ ਪਾਰਟੀ ਸ਼ਾਰਟੀ, ਫਿਰ ਉਸ ਕਰਕੇ ਮੇਰੇ ਖਿਆਲ ਤੋਂ ਵਧੀਆ ਹੋਇਆ। ਬਟ ਕਈ ਲੋਕ ਤਾਂ ਦਿਨੇ ਵੀ ਪਾਰਟੀਆਂ ਕਰਦੇ ਨੇ। ਦਿਨੇ ਤਾਂ ਘੱਟ ਕਰਦੇ ਨੇ, ਤੁਹਾਨੂੰ ਵੀ ਪਤਾ ਹੀ ਹੈ। 12 ਵਜੇ ਤੋਂ ਪਹਿਲਾਂ ਤਾਂ ਕੋਈ ਕਲੱਬ ਖੁੱਲਦਾ ਨਹੀਂ, ਫਿਰ ਉਸ ਤੋਂ ਬਾਅਦ ਵੀ ਮਾਹੌਲ ਨਹੀਂ ਹੁੰਦਾ ਜੀ ਦਿਨੇ। ਹਾਂਜੀ। ਸੋ ਜੇ ਮੈਂ ਗੱਲ ਕਰਾਂ ਕਿਸਾਨਾਂ ਦੀ ਸਰ, ਜਿਹੜੇ ਦਿੱਲੀ ਬੈਠੇ ਨੇ, ਇੰਨੇ ਮਹੀਨੇ ਹੋ ਗਏ ਨੇ, ਜਿਹੜੀ ਸਰਕਾਰ ਆ ਉਹਨਾਂ ਦੀ ਆਵਾਜ਼ ਨਹੀਂ ਸੁਣਦੀ ਪਈ ਹੈ, ਭਾਵੇਂ ਉਹ ਆਪਣੀ ਹੱਕਾਂ ਤੇ ਹੋਣ ਦੀ ਲੜਾਈ ਦੀ ਲੜ ਰਹੇ ਨੇ। ਸੋ ਉਹਨਾਂ ਬਾਰੇ ਕੀ ਕਹੋਗੇ? ਜੀ ਸਰਕਾਰ ਨੂੰ ਕਰ ਦੇਣਾ ਚਾਹੀਦਾ ਜੀ, ਕਿਉਂਕਿ ਜੇ ਕਿਸਾਨ ਨਹੀਂ ਹੋਣਗੇ ਤਾਂ ਕੁਝ ਵੀ ਨਹੀਂ ਹੋਣਾ ਜੀ। ਕਿਸਾਨਾਂ ਕਰਕੇ ਅਸੀਂ ਹਾਂ, ਜਿਹੜੇ ਘਰੇ ਬੈਠ ਕੇ ਅਸੀਂ ਆਰਾਮ ਨਾਲ ਖਾਂਦੇ ਹਾਂ, ਕਿ ਸਾਨੂੰ ਪਤਾ ਜੀ ਰੋਟੀ ਮਿਲ ਜਾਣੀ ਹੈ, ਠੀਕ ਨਹੀਂ, ਕਿ ਆਪ ਨੂੰ ਘਾਟ ਨਹੀਂ ਹੋਣੀ ਕਿਸੇ ਚੀਜ਼ ਦੀ, ਕਿ ਸਾਨੂੰ ਪਤਾ ਕਿ ਅੰਨ ਨਹੀਂ ਖਤਮ ਹੋਣਾ। ਕਿਸ ਕਰਕੇ ਨਹੀਂ ਹੋਣਾ? ਸਾਡੇ ਕਿਸਾਨਾਂ ਕਰਕੇ ਨਹੀਂ ਹੋਣਾ। ਤਾਂ ਮੇਰੇ ਪੱਖੋਂ ਤਾਂ ਵੀ ਕਰ ਦੇਣਾ ਚਾਹੀਦਾ ਸਰਕਾਰ ਨੂੰ। ਬਟ ਸਰਕਾਰ ਦਾ ਤਾਂ ਬਾਰ-ਬਾਰ ਇਹੀ ਕਹਿਣਾ ਹੈ ਕਿ ਜਿਹੜੇ ਅਸੀਂ ਬਿੱਲ ਪਾਸ ਕੀਤੇ ਨੇ ਉਹ ਬਿਲਕੁਲ ਸਹੀ ਨੇ। ਕੋਈ ਸਹੀ ਨਹੀਂ ਜੀ, ਜਿਨ੍ਹਾਂ ਦੇ ਕਰ ਰਹੇ ਆ, ਜੇ ਉਹਨਾਂ ਨੂੰ ਨਹੀਂ ਪਸੰਦ ਫਿਰ ਕਿਆ ਸਹੀ ਹੈ? ਠੀਕ ਨਹੀਂ, ਤੁਹਾਡੇ ਵਾਸਤੇ ਕਰ ਰਹੇ, ਜੇ ਤੁਹਾਨੂੰ ਹੀ ਨਹੀਂ ਵਧੀਆ ਲੱਗ ਰਿਹਾ ਤਾਂ ਕੀ ਕਰੀਏ ਫਿਰ? ਠੀਕ ਨਹੀਂ। ਸੋ ਇੱਕ ਵਾਰੀ ਫਿਰ ਕਿਸਾਨ ਏਕਤਾ ਦਾ ਨਾਰਾ ਹੋ ਜਾਏ। ਬਿਲਕੁਲ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਤੁਸੀਂ ਦੇਖਿਆ ਕਿ ਇੱਥੇ ਜਿਹੜੇ ਮੁੰਡੇ ਖੜੇ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਕਰੋਨਾ ਦੇ ਕਾਰਨ ਲੋਕਡਾਊਨ ਲੱਗਾ ਹੈ ਉਹ ਬਿਲਕੁਲ ਸਹੀ ਹੈ, ਕਿਉਂਕਿ ਰਾਤ ਨੂੰ ਪਾਰਟੀਆਂ ਬਹੁਤ ਹੁੰਦੀਆਂ ਸੀ, ਸੋ ਉਸ ਤੋਂ ਪਰਹੇਜ਼ ਹੋਵੇਗਾ ਥੋੜਾ। ਤੇ ਨਾਲ ਹੀ ਇਹਨਾਂ ਨੇ ਕਿਸਾਨਾਂ ਬਾਰੇ ਕਿਹਾ ਕਿ ਜਿਹੜੇ ਕੇਂਦਰ ਸਰਕਾਰ ਨੇ ਕਾਲੇ ਬਿੱਲ ਕਿਸਾਨਾਂ ਦੇ ਲਈ ਪਾਸ ਕੀਤੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਕੀ ਨਾਮ ਹੈ ਮੈਮ ਤੁਹਾਡਾ? ਮੇਰਾ ਨਾਮ ਮੈਮ ਸੋਮਾ ਹੈ। ਸੋ ਤੁਸੀਂ ਕਿੱਥੋਂ ਆਏ ਹੋ?
बस मैं हिमाचल से हूँ, ये चंडीगढ़ में ही रहती हूँ। ਜੀ ਇੱਥੇ ਰੋਜ਼ ਆਉਂਦੇ ਹੋ ਜਾਂ ਅੱਜ ਆਏ ਹੋ? नहीं, आज ही आए हैं, काफ़ी साल बाद आए हैं। ਜੀ ਜੇ ਮੈਂ ਗੱਲ ਕਰਾਂ ਮੈਮ ਕਰੋਨਾ ਦੇ ਕਾਰਨ ਜਿਹੜਾ ਦੁਬਾਰਾ ਤੋਂ ਲੋਕਡਾਊਨ ਆ ਜਿਹੜਾ ਰਾਤ ਦਾ ਲੱਗ ਚੁੱਕਾ ਆ ਸੋ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਹਾਂ ਬਿਲਕੁਲ ਸਹੀ ਹੈ ਜਾਂ ਗਲਤ ਆ? नहीं मैम, बिल्कुल ठीक है। ਜਿਹੜੇ ਦੇਖ ਘੁੰਮਣ ਆਉਂਦੇ ਆ, ਮਤਲਬ ਜੋ ਮਾਸਕ ਨਹੀਂ ਲਗਾਉਂਦੇ ਆ, ਉਹਨਾਂ ਨੂੰ ਲਗਾਉਣਾ ਚਾਹੀਦਾ ਹੈ। ਉਹੀ ਜਿੱਦਾਂ ਤੁਸੀਂ ਟੀਕੇ ਲਗਾ ਰਹੇ ਹੋ ਤੁਸੀਂ ਵੈਕਸੀਨ ਦੇ, ਅਗਰ ਤੁਸੀਂ ਮਾਸਕ ਲਗਾ ਲੋਗੇ ਤਾਂ ਇੰਜੈਕਸ਼ਨ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਹੈ। ਉਹ ਸੇਫਟੀ ਹਮਾਰੀ ਹੈਗੀ। ਅਗਰ ਅਸੀਂ ਘੁੰਮ ਰਹੇ ਹਾਂ ਤਾਂ ਸਾਨੂੰ ਮਾਸਕ ਬਹੁਤ ਜ਼ਰੂਰੀ ਹੈਗਾ, ਤਾਂ ਹੀ ਅਸੀਂ ਸੇਫ ਰਹਿ ਸਕਦੇ ਹਾਂ। ਰਾਤ ਦਾ ਲੋਕਡਾਊਨ ਕੀ ਲੱਗਦਾ ਕਿ ਸਰਕਾਰ ਨੇ ਸਹੀ ਕੀਤਾ ਹੈ? ਨੇ ਬਹੁਤ ਅੱਛਾ ਕੀਤਾ। ਜਿਹੜੇ ਜੇ 10 ਵਜੇ ਤੋਂ ਲੈ ਕੇ ਉਹਨਾਂ ਨੇ 6 ਵਜੇ ਤੱਕ ਲਗਾਇਆ ਹੈ, 5 ਵਜੇ ਤੱਕ ਜੋ ਵੀ ਲਗਾਇਆ ਹੈਗਾ, ਬਹੁਤ ਅੱਛਾ ਹੈ। ਜਿਹੜੇ ਘੁੰਮਦੇ ਆ ਰਾਤ ਨੂੰ ਨਿਕਲਦੇ ਆ, ਦਿਨ ਨੂੰ ਘਰ ਵਿੱਚ ਹੀ ਰਹਿੰਦੇ ਹੈਗੇ, ਲੇਕਿਨ ਰਾਤ ਨੂੰ ਨਿਕਲਦੇ ਆ, ਉਹ ਬਹੁਤ ਅੱਛਾ ਕੀਤਾ ਉਹਨਾਂ ਨੇ ਲਗਾ ਦਿੱਤਾ ਹੈਗਾ। ਹਾਂਜੀ। ਸੋ ਮੈਮ ਜਿਹੜੇ ਕਰੋਨਾ ਤਾਂ ਚੱਲ ਹੀ ਰਿਹਾ ਹੈ, ਉਹ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ ਜਿਹੜੇ ਦਿੱਲੀ ਬੈਠੇ ਨੇ ਸੋ ਉਹਨਾਂ ਬਾਰੇ ਕੀ ਕਹੋਗੇ? ਆਪਣੇ ਹੱਕ ਤੇ ਹੋਣ ਦੀ ਲੜਾਈ ਲੜ ਰਹੇ ਨੇ ਬਟ ਜਿਹੜੀ ਸਰਕਾਰ ਆ ਉਹਨਾਂ ਦੀ ਆਵਾਜ਼ ਨਹੀਂ ਸੁਣਦੀ ਪਈ। ਲੇਕਿਨ ਮੈਮ ਉਹਨਾਂ ਨੂੰ ਸੁਣਨੀ ਚਾਹੀਦੀ ਹੈ। ਉਹਨਾਂ ਨੂੰ ਬਹੁਤ ਪਹਿਲੇ कर लेना चाहिए ਸੀ कि किसान अगर खेती-बाड़ी नहीं करेंगे तो हमारे लिए खाने पीने का सामान कहाँ से आएगा? वहीं से ही आता है सब कुछ। तो उन्होंने तो सारी ਜਿਹੜੀ ਮੰਗ ਹੈ ਕਿ ਉਹ तो माननी चाहिए उनको। ਸੋ ਜਦੋਂ ਅਸੀਂ ਇੱਥੇ ਸੁਖਨਾ ਲੇਕ ਦੇ ਕੋਲ ਆਏ ਤਾਂ ਲੋਕਾਂ ਤੋਂ ਪੁੱਛਣ ਦੇ ਲਈ ਕਿ ਜਿਹੜਾ ਲੋਕਡਾਊਨ ਲੱਗਿਆ ਹੈ ਰਾਤ ਦਾ ਉਹ ਸਹੀ ਹੈ ਕਿ ਗਲਤ। ਇੱਥੇ ਕੁਝ ਬੱਚੇ ਸਾਨੂੰ ਮਿਲੇ ਸੋ ਉਹਨਾਂ ਤੋਂ ਜਾਣਦੇ ਹਾਂ ਕਿ ਲੋਕਡਾਊਨ ਲੱਗਣ ਦੇ ਕਾਰਨ ਉਹਨਾਂ ਨੂੰ ਕੀ फ़ायदा ਤੇ ਕੀ नुकसान होने वाला। आपका नेम क्या है? प्राप्ति। प्राप्ति। कहाँ से आए हो? छत्तीसगढ़। छत्तीसगढ़ से। सो यहाँ पे पहली बार आए हो या आ चुके हो पहले भी? पहली बार। पहली बार आए हो। सो जो सरकार ने लॉकडाउन लगाया है रात का तो उसके बारे में क्या कहना है? सही है या गलत है? सही है। सही क्यों है? क्योंकि इसी की वजह से शायद हम लोग बच सकते हैं। तो फिर जी। सो सर ਤੁਹਾਡਾ ਕੀ ਕਹਿਣਾ ਹੈ? मेरा तो ये मानना है कि ये बहुत ही अच्छी पहल है। लॉकडाउन इसलिए ज़रूरी है क्योंकि अभी तक के जो कोरोना का चेन है, एक्चुअली लॉकडाउन होने से क्या है उसमें एक कट ऑफ होगा, लोग अपने घर पे रहेंगे, सेफ़ रहें, सुरक्षित रहें, ज़्यादा से ज़्यादा पब्लिक प्लेस पे जाना अवॉइड करें। एक्चुअली जब लॉकडाउन नहीं है तब भी वो पब्लिक प्लेस पे ना जाए अगर ज़रूरी ना हो तो, और हैंड सैनिटाइज़र और मास्क का प्रयोग करें तो अपनी जो ये महामारी बढ़ रही है तेज़ी से उस पर हम रोक कर सकते हैं। इसलिए लॉकडाउन मेरे हिसाब से तो अच्छा है। ਬਟ ਕਿਤੇ ਨਾ ਕਿਤੇ ਲੋਕਾਂ ਦਾ ਸਰ ਇਹ ਵੀ ਕਹਿਣਾ ਹੈ ਕਿ ਦਿਨ ਦੇ ਵਿੱਚ ਤਾਂ ਲੋਕ ਘੁੰਮਦੇ ਫਿਰਦੇ ਨੇ, ਰਾਤ ਨੂੰ ਕਿਤੇ ਕਰੋਨਾ ਜ਼ਿਆਦਾ ਹੁੰਦਾ ਆ। नहीं, वो उसका ऐसा है मैम, एक मेरे हिसाब से तो दिन में भी अगर एक पर्टिकुलर टाइमिंग में लॉकडाउन किया जाए तो दिन में भी ज़्यादा ज़रूरी है जी। दोनों समय में कर सकते हैं लॉकडाउन अपन। ਬਿਲਕੁਲ। ਸੋ ਇਹਨਾਂ ਦਾ ਕਹਿਣਾ ਹੈ ਕਿ ਛੱਤੀਸਗੜ੍ਹ ਤੋਂ ਆਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਲੋਕਡਾਊਨ ਜਿਹੜਾ ਕੀਤਾ ਹੈ ਸਰਕਾਰ ਨੇ ਕੰਮ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ। ਸਰ ਕੀ ਨਾਮ ਹੈ ਤੁਹਾਡਾ? मेरा नाम रामकृष्ण चक्रधारी है। ਜੀ ਕਿੱਥੋਂ ਆਏ ਹੋ ਸਰ ਤੁਸੀਂ? हम लोग छत्तीसगढ़ से आए हैं। ਸੋ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆ ਚੁੱਕੇ ਹੋ? हाँ, यहाँ पहली बार आए हैं। जी। मोहाली वगैरह पहले आ चुके हैं, चंडीगढ़ पहली बार आए हैं। ਸੋ ਸਰ ਕਿਸੇ ਕਾਰਨ ਆਏ ਹੋ ਕੀ ਕੰਮ करके आए हो ਇੱਥੇ? हमारे जो है छत्तीसगढ़ से कई बच्चे आए हैं जो यहाँ पे नेशनल स्केटिंग का चैंपियनशिप हो रहा है मोहाली में, ढेलपुर में। वहाँ सारे बच्चे खेलने आए हुए हैं, तो हमारे साथ भी कुछ बच्चे आए हुए हैं जिनके साथ हम लोग यहाँ आए हैं। ਜੀ ਬਿਲਕੁਲ। ਸੋ ਬਹੁਤ ਵਧੀਆ ਕੰਮ ਹੈ ਇਹ ਜੋ ਤੁਸੀਂ ਮਨ ਕਿ ਇੱਥੇ ਆਏ ਹੋ ਅੱਜ। ਸੋ ਸਰ ਜਿਹੜਾ ਕਰੋਨਾ ਦੇ ਕਾਰਨ ਲੋਕਡਾਊਨ ਰਾਤ ਦਾ ਲੱਗ ਚੁੱਕਾ, ਸਰਕਾਰ ਦੁਆਰਾ ਨਿਯਮ ਆ ਜਿਹੜੇ ਲਗਾ ਦਿੱਤੇ ਗਏ ਨੇ, ਸੋ ਤੁਹਾਡਾ ਕੀ ਕਹਿਣਾ ਇਸ ਬਾਰੇ? नहीं, लॉकडाउन तो ऐसा है कि जो कोरोना की जो चेन है जी। उसको तोड़ने के लिए जो पब्लिक प्लेसेस हैं वहाँ पे जो भीड़ है वो कम होनी चाहिए, और उसको तोड़ने के लिए फिर जो कि पब्लिक जो कि अपनी तरफ से इतने अवेयर नहीं है तो सरकार को कोई ना कोई कदम तो लेना ही होता है। तो उन्होंने जो ये निर्णय लिया है कि भाई लॉकडाउन लगाया जाए, ये बहुत ही सही है मेरे हिसाब से। और पब्लिक को खुद भी अवेयर हो के ऐसा काम करना चाहिए जो ज़रूरी नहीं है तो उनको बाहर नहीं निकलना चाहिए। अगर आपको कोई ज़रूरी नहीं है तो आप भीड़ वाले इलाके में ना जाए, सैनिटाइज़र यूज़ करें, हैंड को अच्छी तरह से अगर घर में है तो वॉश करते रहें। तो सरकार ने ये प्रोटोकॉल्स तो पहले से ही बता रखे हैं, और उसमें हमने अच्छी कोरोना पे जीत भी हासिल कर ली थी। लेकिन फिर से चूँकि अब जैसे ही वैक्सीनेशन चालू हुआ लोग फिर जो है अनअवेयर हो गए और लापरवाही शुरू कर दी, बिना मास्क के घूमना शुरू। उनको लगा कि वैक्सीन आ गई अब तो कुछ नहीं होना, लेकिन फिर से ये जो बढ़ रहा है इस चैन को तोड़ने के लिए ज़रूरी कि वैक्सीनेशन भी कराएं, प्लस जो प्रोटोकॉल गवर्नमेंट बोलती है उसको फॉलो भी करें। ਜੀ ਬਟ ਕਿਤੇ ਨਾ ਕਿਤੇ ਲੋਕ ਸਰ ਵੈਕਸੀਨ ਤੋਂ ਡਰ ਰਹੇ ਨੇ ਕਿ ਕਿਤੇ ਅਸੀਂ ਅਗਰ ਵੈਕਸੀਨ ਲਗਵਾ ਲਈ ਤਾਂ ਸਾਨੂੰ ਕੋਈ ਬਿਮਾਰੀ ਨਾ ਹੋ ਜਾਵੇ। देखिए, देश के प्रधानमंत्री ने, कई राज्यों के मुख्यमंत्रियों ने लगवा ली। अगर उनकी एज देखी जाए तो हमारे से तो ज़्यादा ही है। अगर ऐसा कोई प्रॉब्लम होता तो अभी तक उसका कोई आफ्टर इफेक्ट्स तो आ ही जाता, लेकिन ऐसा कुछ अभी तक हुआ नहीं। इसका मतलब है कि वैक्सीन से डरने की ज़रूरत नहीं है। गवर्नमेंट जो बोल रही है उसको फॉलो करे। हमारे खुद के प्रधानमंत्री बोल रहे हैं कि भाई वैक्सीनेशन करवाइए, तो उनकी रिक्वेस्ट को मानना चाहिए, ठीक है। और जो यंग हैं
मैं तो उनसे रिक्वेस्ट करूँगा कि वो कम से कम वो आगे आएँ पहले, और वो जो है वैक्सीनेशन ज़रूर कराएं, जिससे बाकी लोगों को मोटिवेशन मिले और वो जो है वो वैक्सीनेशन पूरा करा सके। ਜੀ ਸਰ ਕਰੋਨਾ ਕਰਕੇ ਜਿਹੜਾ ਲੋਕਡਾਊਨ ਤਾਂ ਲੱਗ ਹੀ ਚੁੱਕਿਆ, ਬਟ ਜੇ ਮੈਂ ਗੱਲ ਕਰਾਂ ਕਿਸਾਨਾਂ ਦੀ, ਜਿਹੜੇ ਉੱਥੇ ਦਿੱਲੀ ਬੈਠੇ ਨੇ ਇੰਨਾ ਟਾਈਮ ਹੋ ਗਿਆ ਆ, ਸੋ ਜਿਹੜੀਆਂ ਉਹਨਾਂ ਦੀਆਂ ਮੰਗਾਂ ਸਰਕਾਰ ਨਹੀਂ ਸੁਣਦੀ ਪਈ, ਕੇਂਦਰ ਸਰਕਾਰ ਬਾਰ-ਬਾਰ ਇਹੀ ਕਹਿ ਰਹੀ ਹੈ ਕਿ ਬਿੱਲ ਅਸੀਂ ਰੱਦ ਨਹੀਂ ਕਰਨੇ, ਸੋ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ, ਕੀ ਸੋਚਦੇ ਹੋ ਤੁਸੀਂ? किसान आंदोलन को लेकर, ਕਿਸਾਨ ਅੰਦੋਲਨ किसान आंदोलन के लिए जितनी मुझे जानकारी है उस हिसाब से गवर्नमेंट ने कई सारी चीज़ें सोच करके ये वो लाया हुआ है बिल, और पहले बाकी लोगों से भी डिस्कस हुआ था, टिकैत साहब से भी उनको बताई गई थी, पहले उन्होंने उसको सपोर्ट किया था, फिर बाद में मुझे नहीं पता क्या हुआ कि अब वो अपोज करने लगे हैं, और सरकार और किसान भाई मिल के बीच का कोई एक रास्ता निकालना चाहिए। अभी कोरोना के महामारी में हम भी नहीं चाहते कि हमारे किसान भाई जो है वहाँ बैठे रहें, उनको भी जल्दी राहत मिले, सरकार का भी काम हो, म्यूचुअल अंडरस्टैंडिंग से कोई एक अच्छा रास्ता जो है वो निकालना चाहिए, ऐसा मेरा मानना है। शुक्रिया थैंक यू। सर की नाम है ਤੁਹਾਡਾ? देवेंद्र कुमार, कहाँ से आए हो आप? वाराणसी से। वाराणसी से। सर पंजाबी तो आपको आती नहीं होगी? हिंदी नहीं है, हिंदी आती है। हाँ जी। तो सर ये कोरोना की वजह से यहाँ पे लॉकडाउन लगा है, दोबारा सरकार ने लगा दिया है रात को 9 बजे से सुबह 5 बजे तक, क्या लगता है कि सरकार ने ये काम सही किया है? नहीं देखिए, अगर ये सरकार ने किया है तो पब्लिक की सुरक्षा के लिए किया है, न कि अपनी सुरक्षा कर रहा है। हमारी सरकार अगर हमारे बारे में सोच रही है तो वो अच्छी बात है, सबको इस बात का पालन करना चाहिए, और हमारे मीडिया कर्मी का भी लोगों का साथ देना चाहिए। अगर रोकते हैं, अगर पूछते हैं तो उनकी भरपूर जवाब देना चाहिए, क्योंकि हमारी मीडिया ही ऐसी है जो सबको सूचना पहुंचाती है, सबको हर चीज़ नया चीज़ बताती है, पुलिस कहाँ लॉकडाउन कर रही है, कहाँ नहीं कर रही है। तो हर पब्लिक से मैं भी अपील करूंगा, मेरे चैनल के माध्यम से जो लोग भी दर्शक देख रहे होंगे, मैं भी एक पर्यटक हूँ और मैं वाराणसी से आया हूँ, मैं कहना चाहूँगा कि आप लोग जो लॉकडाउन गवर्नमेंट लगा रही है उसके अनुसार आप चलें और मास्क का पालन करें, लोगों को सुरक्षित रहने के लिए, और अपने आप को खुद सुरक्षित करें। बिल्कुल, लोगों की जो उनके लोगों की जी सुरक्षा है वो बहुत ज़रूरी है। अगर मैं बात करूँ फार्मर्स की जो दिल्ली में बैठे हैं, केंद्र सरकार के द्वारा बार बार यही कहा जा रहा है कि हाँ जो बिल हमने बनाए हैं वो बिल्कुल सही है, बट किसान बोल रहे हैं वो गलत है, सो उसके बारे में क्या कहोगे आप? देखिए, किसान कह रहे हैं, अगर किसी के लिए उसमें आपने देखा होगा कि बहुत सारे सुरक्षाएं हैं किसान के लिए, ठीक है ना, तो किसान समझ नहीं पा रहे हैं, वो सोच रहे हैं मेरे को हनन किया जा रहा है। लेकिन सरकार कोई भी नियम कानून बनाती है ना, उसमें बहुत लोगों से राय लेकर, मशवरा लेकर तब वो कानून को पास होता है ना, उसमें बहुत सारे खर्च किए जाते हैं। तो किसान भाई जो भी अगर सुन रहे होंगे तो कहने का मतलब थोड़ा ध्यान दो ना यार, आपकी कहाँ से दबाव दिया जा रहा है। सरकार अगर इतनी ख़राब होती तो जो पानी, बिजली, बत्ती जो भी मिल रहे हैं हमें आज, इसके पहले सरकार में तो हमें मिला नहीं। सब सरकार काम करती हैं, आप भी काम कर रहे हैं, हम भी काम कर रहे हैं, सब अपने अपने तरीके से काम कर रहे हैं। तो सरकार जो काम कर रही है वो सही है, और किसानों को कहीं से कोई दबाया नहीं जा रहा है। उनको सोचना चाहिए कि सरकार मेरे लिए कुछ न कुछ कर रही है। जो घर के गार्जियन होता है उसको तो कुछ तो हथकंडा अपने हाथ में रखना होगा ना, तो इसलिए सरकार ठीक कर रही है, और थोड़ी रियायत अगर कहीं से हो सकता है उनको अगर रहता तो अब तक कर दिए होते, क्योंकि बहुत टाइम हो गया। सर की नाम है ਤੁਹਾਡਾ? अजय गंभीर। सर कित्थों हो ਤੁਸੀਂ? मैं बनारस तो हो गया, बट ਇੱਥੇ ਚੰਡੀਗੜ੍ਹ 2008 ਤੋਂ ਰੈਗੂਲਰ ਰਹਿੰਦਾ ਇੱਥੇ, ਮਤਲਬ ਆਉਣ ਜਾਣ ਲੱਗਾ ਰਹਿੰਦਾ ਹੈ ਕੰਟੀਨਿਊਸ਼ਨ ਵਿੱਚ। ਸਰ ਜੇ ਮੈਂ ਗੱਲ ਕਰਾਂ ਕਰੋਨਾ ਦੇ ਕਾਰਨ ਜਿਹੜਾ ਲੋਕਡਾਊਨ ਲੱਗਾ ਆ, ਸੋ ਕੀ ਲੱਗਦਾ ਕਿ ਸਰਕਾਰ ਨੇ ਸਹੀ ਕੀਤਾ ਕਿ ਗਲਤ ਕੀਤਾ? देखिए, सरकार ਨੂੰ ਕੋਈ ਵੀ ਸਰਕਾਰ ਨੂੰ ਲੋਕਡਾਊਨ ਲਗਾਉਣ ਦਾ ਕੋਈ ਸ਼ੌਕ ਨਹੀਂ ਹੋਗਾ, ਚਾਹੇ ਕਿਸੇ ਸਟੇਟ ਦੇ ਹੋਵੇ, ਕਿਸੇ ਵੀ ਕੰਟਰੀ ਦੇ ਹੋਵੇ। ਉਹ ਜਿਹੜਾ ਵੀ ਕੰਮ ਕਰਦੇ ਨੇ ਪਬਲਿਕ ਦੀ ਇੰਟੈਂਸਿਵ ਕੇਅਰ ਵਾਸਤੇ ਕਰਦੇ ਨੇ, ਤੇ ਅਗਰ ਪਬਲਿਕ ਖੁਦ ਹੀ ਆਪਣੇ ਵਾਸਤੇ ਖੁਦ ਹੀ ਕੇਅਰ ਕਰੇਗੀ ਤਾਂ ਆਪਣੀ ਸੁਰੱਖਿਆ ਖੁਦ ਕਰਨਗੇ। अब ਉਹਦੇ ਨਾਲ ਦੂਜੇ ਬੰਦੇ ਦੀ ਖੁਦ ਹੀ ਸੁਰੱਖਿਆ ਹੋ ਜਾਏਗੀ। ਅਗਰ ਸਾਰੇ ਬੰਦੇ ਖੁਦ ਹੀ ਇੰਡੀਵਿਜੂਅਲੀ ਖੁਦ ਹੀ ਆਪਣੇ ਵਾਸਤੇ ਸੋਚਣ ਲੱਗ ਪੈਣ ਕਿ ਸਾਨੂੰ ਆਪਣੀ ਕੇਅਰ ਖੁਦ ਹੀ ਕਰਨੀ ਹੈ, ਤੇ ਸਰਕਾਰ ਨੂੰ ਲੋਕਡਾਊਨ ਦੀ ਕਰਨ ਦੀ ਲੋੜ ਵੀ ਨਹੀਂ ਪੈਣੀ, ਤੇ ਖੁਦ ਹੀ ਆਪਣੇ ਆਪ ਸੁਰੱਖਿਆ ਹੋ ਜਾਣੀ ਹੈ। ਮੈਂ ਤਾਂ ਸੋਚਦਾ ਇੱਥੇ ਲੋਕਾਂ ਦੀ ਕਾਫੀ ਗਲਤੀ ਹੈ, ਇਸ ਪਿੱਛੇ ਲੋਕਾਂ ਨੂੰ ਉਹਨਾਂ ਨੂੰ ਸੁਧਾਰਨ ਵਾਸਤੇ ਵੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਕੜਾਈ ਜਾਂ ਨਿਯਮ ਪਾਲਣ ਕਰਵਾਉਂਦੀ ਹੈ। ਤੁਸੀਂ ਮਾਸਕ ਨਹੀਂ ਲਾਓਗੇ ਅਸੀਂ 1000 ਰੁਪਏ ਲਾਂਗੇ, ਇਸ ਤਰ੍ਹਾਂ ਕਰਾਂਗੇ, ਉਹਦੇ ਵਾਸਤੇ ਵੀ ਸਰਕਾਰ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਤੇ ਓਵਰਆਲ ਕੰਕਲੂਜਨ ਮੇਰਾ ਕਹਿਣ ਦਾ ਮਤਲਬ ਇਹੀ ਹੈਗਾ ਕਿ ਸਾਰੀ ਪਬਲਿਕ ਖੁਦ ਹੀ ਅਵੇਅਰ ਹੋ ਜਾਏ, ਉਹ ਖੁਦ ਹੀ ਸੋਸ਼ਲ ਡਿਸਟੈਂਸ ਵਿੱਚ ਪਾਲਣ ਕਰੇ ਇੰਡੀਵਿਜੂਅਲੀ, ਤੇ ਲੋੜ ਹੀ ਨਹੀਂ ਹੈਗੀ ਇਸ ਤਰ੍ਹਾਂ ਕਰਨ ਦੀ। ਤੇ ਬਟ ਕਿਸਾਨਾਂ ਜਿਹੜੇ ਦਿੱਲੀ ਕਿਸਾਨ ਬੈਠੇ ਨੇ ਉਹਨਾਂ ਦਾ ਤਾਂ ਕਹਿਣਾ ਕਿ ਕਰੋਨਾ ਹੈ ਹੀ ਨਹੀਂ, ਉੱਥੇ ਇੰਨਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਐਕਚੁਅਲੀ ਕੀ ਹੁੰਦਾ ਕਿ ਜਿਹੜੀ ਮੈਂ ਕਹਿੰਦਾ ਪਿਆ, ਜਿਹੜੇ ਵੀ ਬੈਕਟੀਰੀਆ ਵਾਇਰਸ ਜਿਹੜੇ ਵੀ ਹੁੰਦੇ ਨੇ, ਕਿਉਂਕਿ ਮੈਂ ਮੈਡੀਕਲ ਪ੍ਰੋਫੈਸ਼ਨਲ ਹੈਗਾ ਵਾਂ, ਤੇ ਕੋਈ ਵੀ ਬੈਕਟੀਰੀਆ ਵਾਇਰਸ ਜਿਹੜੇ ਹੁੰਦੇ ਨੇ ਉਹ ਮਾਈਕਰੋਸਕੋਪ ਨਾਲ ਹੀ ਉਹ ਦੂਜੇ ਤਰ੍ਹਾਂ ਨਾਲ ਵੀ ਵਿਜ਼ੀਬਲ ਹੁੰਦੇ ਨੇ। ਇਟ ਇਜ਼ ਨਾਟ ਪ੍ਰੈਕਟੀਕਲੀ ਪੋਸੀਬਲ ਟੂ ਵਿਜ਼ੂਅਲਾਈਜ਼ ਦਾ ਥਿੰਗਸ
with the naked eyes for any person, neither any sort of bacteria, neither virus, ठीक है। सो कोई भी ऐसा कोई बंदा क्लेम नहीं कर सकता कि वायरस नहीं हैगा, इस तरह नहीं हैगा। वो बंदे के इम्यूनिटी सिस्टम ते पर्टिकुलर डिपेंड करता है कि केड़ा वायरस किहदे वास्ते कितना इफेक्टिव है नहीं है। जिस तरह बच्चों वास्ते जो बुजुर्ग हो गए ने बंदे जिन्हां दी इम्यूनिटी सिस्टम कोई कमज़ोर हो गई, वीक हो गई है, क्योंकि सारे बंदियां दा जिहड़ा इम्यूनिटी सिस्टम हुंदा है, सारे बंदियां दा बॉडी दा रेजिस्टेंट पावर हुंदा है जिहड़ा वखरा हुंदा है। जिस तरह एक ही माँ तो जनरली बच्चों का कभी हाइट कोई वक्री होंगी है, कोई हैल्दी होंगे ने, कोई घट हैल्दी होंगे ने, और उस तरह ही सारे बंदे का रेसिस्टेंट पावर भी जो वखरा होंगे है। तो डिपेंड्स करता है कि किस बॉडी नू किस टाइप का जो संक्रमण होंगे है, किस टाइप का इफेक्टिवनेस होंगे, कितना फास्टली इफेक्ट करता है नहीं करता। ओवरऑल वायरस तो है ही है भाई, अदरवाइज गौरमेंट कोई लोड़ ही नहीं पई हुई। तो जोड़े भी काम करते पे ने सारी अपनी पब्लिक के वास्ते, देश की पब्लिक वास्ते वो करते पे ने। तो अगर पब्लिक अपनी सुरक्षा खुद ही करेगी तो सरकार को की लोड़ पई है कि लॉकडाउन करे तो पब्लिक भी परेशान हो, दूजे बंदे भी परेशान हो। तो ओवरऑल कंक्लूजन मेरे कहने का मतलब है पब्लिक अगर सारे बंदे खुद ही अपने वास्ते खुद ही सोच लैन कि ठीक है असी यह करना है, तो फिर बंदियां जो नस्सण की कोई लोड़ नहीं। तो इन्ना जोड़े बाद में उन्होंने मशक्कत करनी पैंदी है कि चलो फिर कार बैठी है इस तरह हो, वो सारे नाल भी दूजी जनता भी बचेगी, तो सरकार का पैसा भी बचेगा, तो जो फाइनैंशियली लोगों को लॉसेस होंगे ने उहदे नाल भी दे विल कम आउट फ्रॉम दैट प्रॉब्लम। They मतलब I think they will have to be cooperate with the government also. Whatever the instructions given by the central government or state government, they have to be strictly follow because for their intensity or for the any individuals. ਸੋ ਇਹ ਹਰਿਆਣੇ ਤੋਂ ਮੁੰਡੇ ਆਏ ਨੇ, ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਜਿਹੜਾ ਸਰਕਾਰ ਦੁਆਰਾ ਲॉकडाउन लगाया गया है ਉਹਦੇ ਨਾਲੇ ਕਿੰਨਾ के सहमत ने। आपका नाम क्या है? प्रदीप। हरियाणा से आए हो आप सब? यस मैम, हरियाणा से जी। सरकार ने ਜਿਹੜਾ लॉकडाउन लगाया रात का 9 ਤੋਂ 5 ਵਜੇ ਤੱਕ ਦਾ 30 अप्रैल तक, इस ਨਾਲ सहमत हो कि नहीं? नहीं, सहमत नहीं है मैम इस लॉकडाउन से हम। ये लॉकडाउन एक प्रकार से किसान आंदोलन को कमज़ोर करने के लिए लगाया हुआ है। इससे किसान आंदोलन कमज़ोर हो जाएगा, लेकिन ऐसा नहीं होगा कुछ भी। किसान आंदोलन जैसे चल रहा है उससे भी और भी ज़्यादा तेज़ी पकड़ेगा। बट ਜਿਹੜੇ कोरोना के केसेस ने लगातार वध रहे हैं, उन्होंने देखते हुए ਜਿਹੜਾ सरकार ने लॉकडाउन लगाया है। दिन में तो बच सकते हैं नहीं ना, मैम, रात में क्यों बच रहे हो? नहीं, दिन में बच सकते हैं। सरकार का अपने हिसाब से फैसला ठीक है, लेकिन जो दिल्ली टिकरी बॉर्डर पर, सिंधु बॉर्डर पर लोग बैठे हैं, वहाँ एक भी कोरोना केसेस नहीं आया, नहीं किसी की वजह से कोरोना से मौत हुई है। जो है सभी शहादत से हुई है, जो किसान आंदोलन में अपनी जान गंवाए हैं वो शहीद हुए हैं, ना ही कोरोना की वजह से उनकी डेथ हुई है। सो किसान ਜਿਹੜੇ ਉੱਥੇ ਬੈਠੇ ਨੇ, ਕੀ ਲੱਗਦਾ ਕਿ ਕੇਂਦਰ ਸਰਕਾਰ ਹੈ ਕਦੋਂ ਜਿਹੜੇ ਬਿੱਲ ਨੇ ਇਹ ਰੱਦ ਕਰੇਗੀ? करेगी मैम, टाइम आने पर करेगी, अभी नहीं करेगी, 2, 4, 6 महीने करेगी, 2023 में करेगी, 24 में करेगी, इलेक्शन आएंगे जब करेगी, अब नहीं करेगी तो। सो ਤੁਹਾਡਾ ਕੀ ਕਹਿਣਾ ਇਸ ਬਾਰੇ? कहना यही है किसानों करके लगाया जाता है, तो एक कमज़ोर होना मुश्किल है। और कोरोना हमने तो अभी तक देखा नहीं, आपने देखा हो, देखा कहीं पे? अभी तक एक भी ऐसा केस नहीं है। 7,000 की आबादी वाला हमारा गाँव है। दिन में होगा तो रात को क्यों होगा? अगर रात को नहीं है तो दिन में भी नहीं है। लॉकडाउन दिन में भी हो सकता है, रात में भी हो सकता है। तो कोरोना एक टाइम थोड़ी होता है दिन में या रात में, वो आप बताओ। अगर कोरोना रात में तो रात को क्यों होता है कोरोना? मामा पे क्या बताओ, आपकी रिश्तेदारी में कोई कोरोना पॉजिटिव है? एक भी नहीं मिला, ना आपके मिला ना हमारे मिला, करिए नहीं मिला जी। ये सब साजिश है। शुरू में स्टार्टिंग में तो एक दिन का लगावेंगे, पश्चिम बंगाल में तो नहीं, कहीं भी लॉकडाउन रात का नहीं है, दिन का नहीं है, किसी भी टाइम नहीं है। शिमला से आगे आए हैं। ਹੁਣ ਤਾਂ ਸਰਕਾਰ ਨੇ ਜਿਹੜੀਆਂ ਰੈਲੀਆਂ ਆ ਉਹਦੇ ਤੇ ਵੀ ਪਾਬੰਦੀ लगा दी है ਹੁਣ ਤੋਂ। फिर क्यों लगाई मैम पाबंदी? क्योंकि वहाँ तो पे नहीं, लोग दो चरणों में इलेक्शन हो चुके उनके हैं खिलाफ हैं, लोग उनके खिलाफ हैं, इसलिए पाबंदी मैं लगाई है। शिमला से आया, आज वहाँ भी इलेक्शन थे, बिल्कुल MC के इलेक्शन क्लोज थे है सब, सोलन कोई डिस्ट्रिक्ट में। वहाँ कोई पाबंदी नहीं थी, ओपन था, कोई वहाँ पे मास्क नहीं था, बीजेपी वर्कर आराम से नो वोट मास्क चलान गिरा था, रहे थे, वहाँ कोई दिक्कत कोई नहीं मास्क थी। चलान नहीं था। हमने वहाँ कहीं भी मास्क नहीं लगाया था, मास्क हमने चंडीगढ़ में आके लगाया। ਬਹੁਤ ਬਹੁਤ ਸ਼ੁਕਰੀਆ। थैंक यू। ਸੋ ਅੱਜ ਅਸੀਂ ਸੁਖਨਾ ਲੇਕ ਆਏ, ਜਿਹੜੇ ਸਰਕਾਰ ਨੇ ਲੌਕਡਾਊਨ ਲਗਾਇਆ ਹੈ ਰਾਤ ਦਾ, ਉਸ ਬਾਰੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ। ਕਈਆਂ ਦਾ ਕਹਿਣਾ ਹੈ ਕਿ ਲੌਕਡਾਊਨ ਜਿਹੜਾ ਰਾਤ ਦਾ ਲਗਾਇਆ ਹੈ ਮੁੱਖ ਮੰਤਰੀ ਕੈਪਟਨ ਸਰਕਾਰ ਨੇ, ਇਹ ਬਿਲਕੁਲ ਸਹੀ ਹੈ ਵੀ ਜਿਹੜੇ ਰਾਤ ਨੂੰ ਇਕੱਠ ਹੁੰਦਾ ਸੀ ਹੁਣ ਨਹੀਂ ਹੋਇਆ ਕਰੂਗਾ, ਇਸ ਦੇ ਨਾਲ ਜਿਹੜੇ ਕਰੋਨਾ ਦੇ ਕੇਸਸ ਨੇ ਘੱਟ ਜਾਣਗੇ। ਪਰ ਉੱਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਲੌਕਡਾਊਨ ਇਸ ਕਰਕੇ ਲਗਾਇਆ ਗਿਆ ਤਾਂ ਜੋ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਸ ਨੂੰ ਬੰਦ ਕੀਤਾ ਜਾਵੇ। ਸੋ ਅਲੱਗ-ਅਲੱਗ ਲੋਕਾਂ ਦੀਆਂ ਅਲੱਗ-ਅਲੱਗ ਰਾਏ ਨੇ, ਤੁਹਾਡਾ ਕੀ ਕਹਿਣਾ ਇਸ ਬਾਰੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਸੇ ਤਰ੍ਹਾਂ ਅਸੀਂ ਹਰ ਇੱਕ ਅਪਡੇਟ ਤੁਹਾਡੇ ਰੂਬਰੂ ਕਰਦੇ ਰਵਾਂਗੇ। ਤਦ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ।